ਮੋਰਨਿੰਗ ਪਿਆਰੇ ਵਿਦਿਆਰਥੀਓ, ਅੱਜ ਅਸੀਂ 7ਵੀਂ ਜਮਾਤ ਦੇ ਪਾਠ ਦੂਜੇ ਨੂੰ ਪੜ੍ਹਾਂਗੇ। ਪਾਠ ਦਾ ਨਾਂ ਹੈ ਸ਼ੇਰ ਤੇ ਚੂਹੀ। ਦੋਹਾਂ ਜਾਨਵਰਾਂ ਦੇ ਨਾਮ ਦਿੱਤੇ ਗਏ ਹਨ ਅਤੇ ਇਸ ਪਾਠ ਨੂੰ ਕਵਿਤਾ ਦਾ ਰੂਪ ਦਿੱਤਾ ਗਿਆ ਹੈ। ਤੁਸੀਂ ਮੇਰੇ ਨਾਲ ਪੜ੍ਹਨ ਦਾ ਯਤਨ ਕਰੋ ਅਤੇ ਤੁਸੀਂ ਸਮਝੋਗੇ ਕਿ ਇਸ ਵਿੱਚ ਰਾਈਮ ਸਕੀਮ ਦੀ ਵਰਤੋਂ ਕੀਤੀ ਗਈ ਹੈ। ਜੰਗਲ ਵਿੱਚ ਇੱਕ ਰੁੱਖ ਦੀ ਛਾਵੇਂ ਸੁੱਤਾ ਪਿਆ ਸੀ ਸ਼ੇਰ। ਸੁੱਤੇ ਪਏ ਨੂੰ ਹੋਈ ਸੀ ਹਾਲੇ ਬਸ ਥੋੜ੍ਹੀ ਜਿਹੀ ਹੀ ਦੇਰ। ਸ਼ੇਰ ਅਤੇ ਦੇਰ ਭਾਵ ਇੱਕੋ ਜਿਹੇ ਸ਼ਬਦ ਜੋ ਹਨ ਜਿਨ੍ਹਾਂ 'ਤੇ ਵਾਕ ਖਤਮ ਹੋ ਰਿਹਾ ਹੈ। ਇਸ ਤੋਂ ਭਾਵ ਕਿ ਇਸ ਵਿੱਚ ਰਾਈਮ ਸਕੀਮ ਦੀ ਵਰਤੋਂ ਕੀਤੀ ਗਈ ਹੈ ਅਤੇ ਇਹ ਕਵਿਤਾ ਦਾ ਰੂਪ ਹੈ। ਅੱਗੇ ਪੜ੍ਹਦੇ ਹਾਂ। ਮਿੱਠਾ ਜਿਹਾ ਕੋਈ ਸੁਫਨਾ ਸ਼ੇਰ ਨੂੰ ਰਿਹਾ ਸੀ ਆ, ਭੁੜਕ ਕੇ ਉਸ ਦੇ ਉੱਤੇ ਇੱਕ ਚੂਹੀ ਡਿੱਗੀ ਠਾ। ਪਿਕਚਰ ਵਿੱਚ ਦੇਖ ਸਕਦੇ ਹੋ, ਤਸਵੀਰ ਵਿੱਚ ਸ਼ੇਰ ਸੁੱਤਾ ਪਿਆ ਹੈ ਅਤੇ ਉਸ ਉੱਤੇ ਚੂਹੀ ਡਿੱਗ ਪੈਂਦੀ ਹੈ। ਭੁੜਕ ਕੇ ਤੋਂ ਭਾਵ ਹੈ ਇੱਕਦਮ ਜਾਂ ਅਚਾਨਕ। ਇੱਕਦਮ ਉੱਠਿਆ ਸ਼ੇਰ ਤੇ ਉਸ ਨੂੰ ਗੁੱਸਾ ਗਿਆ ਚੜ, ਮਾਰ ਝਪੱਟਾ ਚੂਹੀ ਨੂੰ ਉਸ ਪੂਛੋਂ ਲਿਆ ਫੜ। ਪੂਛੋਂ ਭਾਵ ਪੂਛ ਤੋਂ। ਝਪੱਟਾ ਮਤਲਬ ਕਿਸੇ ਉੱਤੇ ਝਪਟ ਪੈਣਾ, ਇੱਕਦਮ ਅਚਾਨਕ ਉਸ ਨੂੰ ਫੜ ਲੈਣਾ। ਸ਼ੇਰ ਕਹਿੰਦਾ, ਚੂਹੀਏ ਕਰ ਦਿੱਤੀ ਤੂੰ ਮੇਰੀ ਨੀਂਦ ਖਰਾਬ, ਵੇਖੀ ਹੁਣ ਮੈਂ ਤੈਨੂੰ ਇਹਦਾ ਕਿੱਦਾਂ ਦਿੰਨਾ ਜਵਾਬ। ਕਵਿਤਾ ਦੀਆਂ ਸਤਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸ਼ੇਰ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਉਹ ਚੂਹੀ ਨੂੰ ਧਮਕਾ ਰਿਹਾ ਹੈ ਕਿ ਚੂਹੀਏ ਤੂੰ ਮੇਰੀ ਨੀਂਦ ਖਰਾਬ ਕਰ ਦਿੱਤੀ ਹੈ ਤੇ ਹੁਣ ਮੈਂ ਇਹਦਾ ਜਵਾਬ ਤੈਨੂੰ ਕਿਵੇਂ ਦਿੰਦਾ ਹਾਂ। ਹੱਥ ਜੋੜ ਕੇ ਸ਼ੇਰ ਅੱਗੇ ਚੂਹੀ ਤਰਲੇ ਲੱਗੀ ਪਾਉਣ। ਤਰਲੇ ਤੋਂ ਭਾਵ ਬੇਨਤੀਆਂ ਕਰਨੀਆਂ। ਮੋਟੇ ਮੋਟੇ ਅੱਖਾਂ ਵਿੱਚੋਂ ਉਹਦੇ ਹੰਝੂ ਲੱਗੇ ਆਉਣ। ਭਾਵ ਕਿ ਸ਼ੇਰ ਦੇ ਅੱਗੇ ਚੂਹੀ ਤਰਲੇ ਪਾ ਰਹੀ ਸੀ ਅਤੇ ਆਪਣੀਆਂ ਮੋਟੀਆਂ ਮੋਟੀਆਂ ਅੱਖਾਂ ਵਿੱਚੋਂ ਹੰਝੂ ਵਹਾ ਰਹੀ ਸੀ, ਭਾਵ ਰੋ ਰਹੀ ਸੀ। ਰੋਂਦੀ ਚੂਹੀ ਵੇਖ ਸ਼ੇਰ ਨੂੰ ਤਰਸ ਗਿਆ ਆ, ਸ਼ੇਰ ਕਹਿੰਦਾ ਮੈਂ ਤੈਨੂੰ ਮੁਆਫ ਕੀਤਾ, ਜਾ ਹੁਣ ਘਰ ਨੂੰ ਜਾ। ਤੁਸੀਂ ਇਸ ਤੋਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ, ਸ਼ੇਰ ਗੁੱਸੇ ਵਿੱਚ ਸੀ ਤਾਂ ਉਸਨੇ ਚੂਹੀ ਨੂੰ ਫੜ ਲਿਆ ਅਤੇ ਉਸ ਨੂੰ ਧਮਕਾਉਣ ਲੱਗਾ। ਪਰ ਜਦੋਂ ਚੂਹੀ ਰੋਣ ਲੱਗੀ ਤਾਂ ਸ਼ੇਰ ਨੂੰ ਦਇਆ ਆ ਗਈ, ਤਰਸ ਆ ਗਿਆ ਤੇ ਸ਼ੇਰ ਨੇ ਉਸ ਨੂੰ ਕਿਹਾ, ਚਲੋ ਤੈਨੂੰ ਮਾਫ ਕੀਤਾ ਤੇ ਹੁਣ ਤੂੰ ਜਾ, ਆਪਣੇ ਘਰ ਨੂੰ ਜਾ ਸਕਦੀ। ਚੂਹੀ ਕਹਿੰਦੀ, ਅੱਗੋਂ ਚੂਹੀ ਜਵਾਬ ਦਿੰਦੀ ਹੈ, ਇਹ ਅਹਿਸਾਨ ਸ਼ੇਰ ਜੀ ਨਹੀਂ ਭੁਲਾਉਂਗੀ, ਜਦੋਂ ਵੀ ਮੇਰੀ ਲੋੜ ਪਈ ਮੈਂ ਦੌੜੀ ਆਉਂਗੀ। ਭਾਵ ਕਿ ਚੂਹੀ ਦੇ ਉੱਤੇ ਜੇ ਸ਼ੇਰ ਨੇ ਅਹਿਸਾਨ ਕੀਤਾ ਹੈ ਤੇ ਚੂਹੀ ਉਸ ਦਾ ਬਦਲਾ ਚੁਕਾਉਣ ਲਈ ਤਤਪਰ ਹੈ। ਚੂਹੀ ਆਖਦੀ ਹੈ ਕਿ ਜੇ ਅੱਜ ਉਸਨੇ ਉਸ ਦਾ ਭਲਾ ਕੀਤਾ ਹੈ ਤੇ ਕਦੀ ਜ਼ਿੰਦਗੀ ਵਿੱਚ ਉਸ ਨੂੰ ਲੋੜ ਪਏਗੀ ਤੇ ਉਹ ਵੀ ਉਸ ਦੇ ਲਈ ਜ਼ਰੂਰ ਹਾਜ਼ਰ ਹੋਵੇਗੀ। ਸੁਣ ਚੂਹੀ ਦੀ ਗੱਲ ਸ਼ੇਰ ਦਾ ਹਾਸਾ ਨਿਕਲ ਗਿਆ, ਨਿੱਕੀ ਜਿਹੀ ਇਸ ਚੂਹੀ ਦੀ ਪਊ ਮੈਨੂੰ ਲੋੜ ਭਲਾ। ਭਾਵ ਸ਼ੇਰ ਵੱਡਾ ਜਾਨਵਰ ਹੈ ਅਤੇ ਚੂਹੀ ਬਹੁਤ ਛੋਟੀ। ਚੂਹੀ ਦੀ ਗੱਲ ਸੁਣ ਕੇ ਸ਼ੇਰ ਦਾ ਹਾਸਾ ਨਿਕਲ ਗਿਆ, ਭਾਵ ਉਹ ਉਸ ਨੂੰ
ਮਜ਼ਾਕ ਵਿੱਚ ਲੈ ਰਿਹਾ ਸੀ। ਉਸਨੂੰ ਇਹ ਲੱਗਦਾ ਸੀ ਕਿ ਮੈਂ ਤਾਂ ਬਹੁਤ ਵੱਡਾ ਹਾਂ ਤੇ ਚੂਹੀ ਦੀ ਲੋੜ ਉਸਨੂੰ ਭਲਾ ਕਿਉਂ ਪਵੇਗੀ। ਇੱਕ ਦਿਨ ਜੰਗਲ ਵਿੱਚ ਸ਼ਿਕਾਰੀ ਕਿੱਧਰੋਂ ਗਏ ਸੀ ਆ, ਚੋਰੀ ਚੋਰੀ ਉਸੇ ਸ਼ੇਰ ਨੂੰ ਜਾਲ 'ਚ ਲਿਆ ਫਸਾ। ਹੁਣ ਕੁਛ ਦਿਨਾਂ ਬਾਅਦ ਇੱਕ ਟਾਈਮ ਐਸਾ ਆਉਂਦਾ ਹੈ ਕਿ ਜੰਗਲ ਵਿੱਚ ਕਿੱਧਰੋਂ ਸ਼ਿਕਾਰੀ ਆ ਜਾਂਦੇ ਹਨ ਅਤੇ ਉਹਨਾਂ ਨੇ ਚੋਰੀ ਚੋਰੀ ਸ਼ੇਰ ਨੂੰ ਜਾਲ ਵਿੱਚ ਫਸਾ ਲਿਆ ਹੈ। ਦੇਖ ਸਕਦੇ ਹੋ ਤਸਵੀਰ ਰਾਹੀਂ। ਬੇਬਸ ਹੋਇਆ ਸ਼ੇਰ ਮਦਦ ਲਈ ਜ਼ੋਰੋ ਜ਼ੋਰ ਦਹਾੜੇ, ਕੋਈ ਤਾਂ ਸਾਹਮਣੇ ਆਏ ਜਿਹੜਾ ਇਸ ਜਾਲ ਨੂੰ ਪਾੜੇ। ਬੇਬਸ ਭਾਵ ਮਜਬੂਰ, ਕਿਉਂਕਿ ਸ਼ੇਰ ਜਾਲ ਵਿੱਚ ਫਸਿਆ ਹੋਇਆ ਸੀ ਇਸ ਲਈ ਉਹ ਮਜਬੂਰ ਸੀ। ਸ਼ੇਰ ਮਦਦ ਲਈ ਜ਼ੋਰੋਂ ਜ਼ੋਰ ਭਾਵ ਬਹੁਤ ਜ਼ੋਰ ਜ਼ੋਰ ਨਾਲ ਦਹਾੜ ਰਿਹਾ ਸੀ ਕਿ ਕੋਈ ਤਾਂ ਮਦਦ ਲਈ ਆਵੇ ਜਿਹੜਾ ਇਸ ਜਾਲ ਨੂੰ ਕੱਟ ਸਕੇ ਜਾਂ ਪਾੜ ਸਕੇ। ਸ਼ੇਰ ਦੀ ਸੁਣੀ ਦਹਾੜ ਤਾਂ ਚੂਹੀ ਦੌੜੀ ਦੌੜੀ ਆਈ, ਕੁਤਰ ਕੁਤਰ ਕੇ ਜਾਲ ਚੂਹੀ ਨੇ ਸ਼ੇਰ ਦੀ ਜਾਨ ਬਚਾਈ। ਤੁਸੀਂ ਸਭ ਜਾਣਦੇ ਹੋ ਚੂਹੀ ਜਾਂ ਚੂਹਾ ਉਹ ਕੱਪੜੇ ਜਾਂ ਹੋਰ ਚੀਜ਼ਾਂ ਨੂੰ ਕੁਤਰ ਦਿੰਦੇ ਹਨ। ਸ਼ੇਰ ਦੀ ਦਹਾੜ ਸੁਣੀ ਜਦੋਂ ਚੂਹੀ ਨੇ ਤਾਂ ਉਸ ਨੂੰ ਯਾਦ ਆ ਗਿਆ ਕਿ ਇੱਕ ਸਮਾਂ ਇਹ ਆਇਆ ਸੀ ਜਦੋਂ ਸ਼ੇਰ ਨੇ ਉਸ ਦੀ ਜਾਨ ਬਖਸ਼ੀ ਸੀ ਤੇ ਉਸਨੇ ਆ ਕੇ ਜਾਲ ਕੁਤਰ ਦਿੱਤਾ ਅਤੇ ਸ਼ੇਰ ਦੀ ਜਾਨ ਬਚਾ ਲਈ। ਨਿਕਲਿਆ ਜਦ ਸ਼ੇਰ ਜਾਲ 'ਚੋਂ, ਆਇਆ ਸਾਹ ਵਿੱਚ ਸਾਹ, ਨਿੱਕੀ ਜਿਹੀ ਉਸ ਚੂਹੀ ਨੇ ਲਈ ਸ਼ੇਰ ਦੀ ਜਾਨ ਬਚਾ। ਇਸ ਤਸਵੀਰ ਰਾਹੀਂ ਦੇਖੋ ਕਿ ਇੱਕ ਕੋਨੇ ਵਿੱਚ ਦੇਖੋ ਕਿ ਇਹ ਚੂਹੀ ਜੋ ਹੈ ਸ਼ੇਰ ਦਾ ਜਾਲ ਕੱਟ ਰਹੀ ਹੈ। ਇਸ ਪ੍ਰਕਾਰ ਉਸਨੇ ਸ਼ੇਰ ਦਾ ਜਾਲ ਕੱਟ ਕੇ ਸ਼ੇਰ ਦੀ ਜਾਨ ਬਚਾ ਲਈ। ਹੁਣ ਉਹ ਸੋਚ ਰਿਹਾ ਹੈ ਕਿ ਨਿੱਕੀ ਜਿਹੀ ਉਸ ਚੂਹੀ ਨੇ ਸ਼ੇਰ ਦੀ ਜਾਨ ਬਚਾ, ਭਾਵ ਜੋ ਆਕਾਰ ਹੈ ਉਹ ਮਾਇਨੇ ਨਹੀਂ ਰੱਖਦਾ। ਜਦੋਂ ਅਸੀਂ ਕਿਸੇ ਦੀ ਚੰਗਿਆਈ ਦਾ ਬਦਲਾ ਚੰਗਿਆਈ ਨਾਲ ਦਿੰਦੇ ਹਾਂ ਤਾਂ ਉਸ ਵਿੱਚ ਸਾਈਜ਼ ਜਾਂ ਆਕਾਰ ਮਾਇਨੇ ਨਹੀਂ ਰੱਖਦਾ। ਭਲਾਈ ਦਾ ਜਵਾਬ ਭਲਾਈ ਵਿੱਚ ਦਿੱਤਾ ਜਾਂਦਾ ਹੈ। ਆਓ ਅਸੀਂ ਹੁਣ ਔਖੇ ਸ਼ਬਦਾਂ ਦੇ ਅਰਥ ਕਰਦੇ ਹਾਂ। ਭੁੜਕ ਕੇ, ਉਛਲ ਕੇ, ਝਪੱਟਾ, ਪੰਜਾ, ਤਰਲੇ, ਬੇਨਤੀ, ਬੇਬਸ, ਲਾਚਾਰ ਜਾਂ ਮਜਬੂਰ। ਪਾਠ ਅਭਿਆਸ ਕਰਦੇ ਹਾਂ। ਪ੍ਰਸ਼ਨ ਪਹਿਲਾ, ਹੇਠਾਂ ਦਿੱਤੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ, ਫਿਰ ਦਿੱਤੇ ਹੋਏ ਖਾਨਿਆਂ ਵਿੱਚ ਸਹੀ ਦਾ ਨਿਸ਼ਾਨ ਲਗਾਓ। ਊੜਾ ਭਾਗ, ਜੰਗਲ ਵਿੱਚ ਇੱਕ ਰੁੱਖ ਦੀ ਛਾਵੇਂ ਕੌਣ ਸੁੱਤਾ ਪਿਆ ਸੀ। ਕਵਿਤਾ ਪੜ੍ਹੀ ਹੈ ਤੁਸੀਂ। ਕੌਣ ਸੁੱਤਾ ਹੋਇਆ ਸੀ? ਹਾਥੀ ਜਾਂ ਸ਼ੇਰ? ਸਹੀ ਉੱਤਰ ਹੈ ਸ਼ੇਰ। ਸ਼ੇਰ ਦੇ ਖਾਨੇ ਵਿੱਚ ਸਹੀ ਦਾ ਨਿਸ਼ਾਨ ਲਗਾਵਾਂਗੇ। ਐੜਾ ਭਾਗ, ਸ਼ੇਰ ਨੂੰ ਕਿਸ ਉੱਤੇ ਤਰਸ ਆ ਗਿਆ ਸੀ। ਆਪਸ਼ਨ ਹਨ ਚੂਹੀ ਉੱਤੇ, ਖਰਗੋਸ਼ ਉੱਤੇ। ਇਸ ਕਵਿਤਾ ਦੇ ਅਨੁਸਾਰ ਖਰਗੋਸ਼ ਨਹੀਂ ਹੈ, ਚੂਹੀ ਹੈ ਤੇ ਅਸੀਂ ਚੂਹੀ ਵਾਲੇ ਖਾਨੇ ਵਿੱਚ ਸਹੀ ਦਾ ਨਿਸ਼ਾਨ ਲਗਾਵਾਂਗੇ। ਇੱਕ ਦਿਨ ਜੰਗਲ ਵਿੱਚ ਕੌਣ ਆ ਗਏ ਸੀ। ਅਗਲਾ ਪ੍ਰਸ਼ਨ ਹੈ ਲੋਕ ਜਾਂ ਸ਼ਿਕਾਰੀ। ਕੌਣ ਆਇਆ ਸੀ? ਸ਼ਿਕਾਰੀ। ਕਵਿਤਾ ਦੇ ਅਨੁਸਾਰ ਸ਼ਿਕਾਰੀ ਆ ਗਏ ਸਨ ਜਿਨ੍ਹਾਂ ਨੇ ਸ਼ੇਰ ਨੂੰ ਪਕੜ ਲਿਆ ਸੀ। ਸੱਸਾ ਭਾਗ ਹੈ ਸ਼ੇਰ ਕਿਸ ਵਿੱਚ ਫਸ ਗਿਆ ਸੀ। ਜਾਲ ਵਿੱਚ ਜਾਂ ਪਿੰਜਰੇ ਵਿੱਚ। ਤਸਵੀਰ ਵਿੱਚ ਦਿੱਤਾ ਗਿਆ ਹੋਇਆ ਹੈ ਜਾਲ ਵਿੱਚ। ਸਹੀ ਆਪਸ਼ਨ ਹੈ ਤੇ ਅਸੀਂ ਜਾਲ ਵਿੱਚ ਨੂੰ ਸਹੀ ਦਾ ਨਿਸ਼ਾਨ ਕਰਕੇ ਇਹ ਸਹੀ ਆਪਸ਼ਨ ਚੁਣਾਂਗੇ। ਦੂਸਰਾ ਪ੍ਰਸ਼ਨ ਹੈ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਇਸ ਨੂੰ ਤੁਸੀਂ ਇੱਕ ਵਾਕ ਵਿੱਚ ਜਵਾਬ ਦੇ ਸਕਦੇ ਹੋ। ਪਹਿਲਾ ਪ੍ਰਸ਼ਨ ਹੈ ਰੁੱਖ ਦੀ ਛਾਵੇਂ ਸ਼ੇਰ ਕੀ ਕਰ ਰਿਹਾ ਸੀ। ਕੀ ਕਰ ਰਿਹਾ ਸੀ?
कविता के अनुसार उत्तर रुख दी छावें शेर सुत्ता पिया सी। रुख दी छावें शेर सुत्ता पिया सी। एड़ा प्रश्न, शेर नूं गुस्सा क्यों चढ़ गया सी? तुसी कविता पढ़ी है, क्योंकि शेर उत्ते चूही डिग पई सी, इसलिए उसनूं गुस्सा आ गया सी। उत्तर दवांगे, शेर नूं गुस्सा चढ़िया क्योंकि चूही उस ते डिग पई सी। अगला प्रश्न, एड़ी भाग, जदों शेर ने चूही नूं फड़ लिया तां ओह की करन लगी? जदों शेर ने चूही नूं फड़ लिया सी तां ओह की कर रही सी? उत्तर दवांगे, जदों शेर ने चूही नूं फड़ लिया तां ओह तरले करन लगी। भाव वो उसदियां मिन्नतां कर रही सी ना। तो इस प्रकार इसका उत्तर देवांगे, जदों शेर ने चूही नूं फड़ लिया तां ओह तरले करन लगी। प्रश्न सस्सा, चूही ने शेर नूं जाल विचों किवें बाहर कढ़िया? उत्तर देवांगे, चूही ने शेर नूं बाहर कढ़ण लई जाल कुतर दिता। फिर पढ़ांगे, चूही ने शेर नूं बाहर कढ़ण लई जाल कुतर दिता। वधदे हां प्रश्न नंबर तीसरा, हेठां दित्तियां सतरां पूरियां करो। कविता तुसी पढ़ी है, उसके अनुसार ये जो खाली थां छड्डे गए हैं, इन्हां विच कविता दीयां सतरां नूं पूरा किया जावे। मिठा जिहा सुफना, शेर की कर रहा सी? सुत्ता पिया होया सी, इसलिए वो सुपने विच गुआचिया होया सी। मिठा जिहा सुफना, पंजाबी विच सपने नूं सुपना का कहांगे। शेर नूं रिहा सी आ, भुड़क के उसदे उत्ते एक चूही डिग्गी ठा। प्रश्न चौथा, पाठ अनुसार सही वाक दे सामने सही का निशान लगाओ, गलत वाक दे सामने क्रॉस का निशान लगाओ। ऊड़ा भाग है, जंगल विच शेर धुप विच सुत्ता सी। जंगल विच शेर धुप विच सुत्ता सी, की ये सही है? नहीं, कविता के अनुसार ये गलत है। खाने विच गलत का निशान। एड़ा भाग, भुड़क के शेर दे उत्ते एक चूही डिग्गी, सही का निशान। कविता के अनुसार शेर सुत्ता पिया होया सी ते उसदे उत्ते एक चूही डिग पैंदी है। ईड़ी भाग, रोंदी चूही नूं वेख के शेर नूं तरस आ गया सी। कविता के अनुसार सही है, खाने विच सही का निशान लगावांगे। सस्सा भाग, शेर पिंजरे विच फस गया सी। नहीं, शेर जाल विच फस गया सी, इसलिए ये वाक गलत है, क्रॉस का निशान लगावांगे। प्रश्न पंजवां, हेठ लिखे शब्दां नूं वाकां विच वरतो। शब्द दिते गए हैं, उन्होंने वाकां विच वरतांगे। पहला उदाहरण के रूप में तुहानूं दिता गया है, रुख, सानू रुख लगाने चाहिए हैं। पहला वाक तुहाडे लई कीता गया है जंगल। इसनूं तुसीं कविता के अनुसार भी वाकां विच वरत सकते हो। जंगल, शेर जंगल दा राजा हुंदा है। शेर दा वाक बनावांगे, शेर जंगली जानवर है। शिकारी ने शेर नूं जाल विच फसा लिया। शिकारी दा वाक बनावांगे, शिकारी ने शेर नूं जाल विच फसा लिया। चूहा, चूहे दा वाक बनावांगे,
ਚੂਹਾ ਪਿੰਜਰੇ ਵਿੱਚ ਫਸ ਗਿਆ। ਵਿਆਕਰਣ ਭਾਗ ਨੂੰ ਦੇਖ ਲਵਾਂਗੇ। ਲਿੰਗ ਬਦਲੋ। ਇਹ ਕੁਝ ਸ਼ਬਦ ਦਿੱਤੇ ਗਏ ਹਨ, ਇਹਨਾਂ ਨੂੰ ਦਿੱਤਾ ਗਿਆ ਹੈ ਕਿ ਲਿੰਗ ਬਦਲ ਕੇ ਦੱਸਿਆ ਜਾਵੇ ਦੁਬਾਰਾ। ਚੂਹਾ, ਚੂਹੀ, ਕਬੂਤਰ, ਕਬੂਤਰੀ, ਹਿਰਨ, ਹਿਰਨੀ, ਮੋਰ, ਮੋਰਨੀ, ਸ਼ੇਰ, शेरनी, कुत्ता, कुत्ती, कुक्कड़, कुक्कड़ी, सप, सपनी। लिंग बदलन दा जो बेसिक रूल है, जिथे कन्ना मात्रा होवे या मुक्ता होवे उथे इस्त्री लिंग शब्द दे विच बिहारी ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਚੂਹਾ, ਹਾ ਕੰਨਾ ਮਾਤਰਾ, ਚੂਹੀ ਬਿਹਾਰੀ, ਸ਼ੇਰ ਰ ਮੁਕਤਾ, ਰਾਰਾ ਮੁਕਤਾ ਹੈ, ਤੇ ਸ਼ੇਰਨੀ ਨੰਨੇ ਨੂੰ ਬਿਹਾਰੀ। ਇਸ ਪ੍ਰਕਾਰ ਅਸੀਂ ਇਸ ਕਵਿਤਾ ਰੂਪੀ ਦੂਜੇ ਪਾਠ ਨੂੰ ਪੂਰਾ ਕਰ ਲਿਆ ਹੈ।